ਹੁਣ ਜਿਹੜਾ ਬੰਦਾ ਕਹਿੰਦਾ ਕਿ ਚੱਲ ਮੈਨੂੰ ਆਪੇ ਪਰਮੇਸ਼ਰ ਹੀ ਲੈ ਕੇ ਜਾਊਗਾ, ਤਾਂ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਵੀ ਐਤਵਾਰ ਦੇ ਦਿਨ ਪਰਮੇਸ਼ਰ ਕਹਿੰਦਾ ਘਰੇ ਬੈਠ, ਕੋਈ ਗੱਲ ਜਦੋਂ ਮੈਂ ਤੈਨੂੰ ਕਹੂੰ ਤੂੰ ਚਰਚ ਜਾਈ, ਸੰਗਤੀ ਕਰੀ, ਨਹੀਂ ਤਾਂ ਰਹਿਣ ਦੇ ਘਰ। ਅਨੋਖੀ ਜਿਹੀ ਗੱਲ ਆ ਨਾ, ਪਰਮੇਸ਼ਰ ਦੇ ਬੱਚੇ ਨੂੰ ਖਾਟ ਕਰਦੇ ਆ, ਉਹ ਠੱਠਿਆਂ ਚੜਾਉਂਦੇ ਆ, ਫਿਰ ਕਹਿੰਦੇ ਸਾਡੇ ਜੀਵਨ ਚ ਚੰਗਿਆਈ ਨਹੀਂ ਹੋਈ, ਸਾਡੇ ਜੀਵਨ ਚ ਪ੍ਰਭੂ ਕੰਮ ਨਹੀਂ ਕਰਦਾ। ਪ੍ਰਭੂ ਯੀਸ਼ੂ ਨੇ ਕੀ ਕੀਤਾ ਸਾਡੇ ਲਈ? ਅਸੀਂ ਤਾਂ ਚਰਚ ਵੀ ਜਾਂਦੇ ਸੀ, ਹਾਲੇਲੂਇਆ। ਅਸੀਂ ਤਾਂ ਚੰਗੇ ਹੋਏ ਨਹੀਂ, ਸਾਨੂੰ ਤਾਂ ਪਰਮੇਸ਼ਰ ਨੇ ਬਲੈਸ ਕੀਤਾ ਨਹੀਂ, ਅਸੀਂ ਤਾਂ ਹੁਣ ਚਰਚ ਜਾਣਾ ਨਹੀਂ, ਘਰੇ ਬਹਿ ਕੇ ਪ੍ਰਾਰਥਨਾ ਕਰ ਲੈਣੀ, ਹਾਲੇਲੂਇਆ। ਬਹੁਤ ਏਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ, ਪਰ ਕਈ ਬਲੈਸਿੰਗ, ਆਸ਼ੀਸ਼, ਚੰਗਿਆਈ ਸਾਨੂੰ ਕੀ ਕਰ ਦਿੰਦੀ ਆ? ਪ੍ਰਭੂ ਤੋਂ ਦੂਰ ਕਰ ਦਿੰਦੀ ਆ ਜਦੋਂ ਅਸੀਂ ਉਸ ਨੂੰ ਲੈ ਕੇ ਘਰੇ ਬਹਿ ਜਾਂਦੇ ਆ। ਪਰ ਕਈ ਵੇਲੇ ਬਿਮਾਰੀ ਪਰਤਾਵਾ ਸਾਨੂੰ ਪਰਮੇਸ਼ਰ ਦੇ ਵਿੱਚ ਕੀ ਆ? ਅੱਗੇ ਵਧਾਉਣ ਵਾਸਤੇ ਹੁੰਦਾ। ਜਦੋਂ ਹੀਲਿੰਗ, ਜਦੋਂ ਕੋਈ ਪਰਤਾਵਾ ਐਡਾ ਵੀ ਨਹੀਂ ਹੋ ਰਹੀ, ਹੀਲਿੰਗ ਨਾਲ ਜੀਵਨ 'ਚ ਕੰਮ ਨਹੀਂ ਹੋ ਰਿਹਾ, ਸਮਝੋ ਤੁਸੀਂ ਇੱਕਦਮ ਦੁਖੀ ਅੜੇ ਹੋਏ ਆ, ਸਮਝ ਲਓ ਕਿ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਬਹੁਤ ਵੱਡੀ ਬਰਕਤ ਦੇਣ ਜਾ ਰਿਹਾ ਹੈ। ਭਲਾਓ ਕਿਦਾਂ? ਨੈਚੁਰਲੀ ਤੁਸੀਂ ਕਿਸੇ ਬਿਮਾਰੀ ਵਿੱਚ, ਕਿਸੇ ਪਰਤਾਵੇ ਵਿੱਚ ਆ ਤੇ ਪ੍ਰਾਰਥਨਾ ਜ਼ਿਆਦਾ ਕਰਦੇ ਆ ਨਾ, ਇਹ ਪ੍ਰਾਰਥਨਾ ਜ਼ਿਆਦਾ ਹੁੰਦੀ ਹੈ ਨਾ, ਫਿਰ ਹਮੇਸ਼ਾ ਸ਼ਾਮ ਨੂੰ ਵੀ ਬਾਈਬਲ, ਰਾਤ ਨੂੰ ਬਾਈਬਲ, ਫਿਰ ਚਰਚ ਤੋਂ ਵੀ ਨਾਗਾ ਨਹੀਂ ਪਾਉਣਾ, ਫਿਰ ਪ੍ਰਾਰਥਨਾ ਵੀ ਫਿਰ ਕਰਾਉਣੀ ਵੀ ਆ, ਤੇ ਨਜ਼ਦੀਕੀ ਪ੍ਰਭੂ ਨਾਲ ਵੱਧਦੀ ਆ ਨਾ, ਦੂਰੀਆਂ ਨਹੀਂ ਵੱਧਦੀਆਂ, ਨਜ਼ਦੀਕੀ ਵੱਧਦੀ ਆ। ਜੇ ਪ੍ਰਭੂ ਨਾਲ ਨਜ਼ਦੀਕੀ ਵਧੂਗੀ ਤਾਂ ਸਮਝ ਲਓ ਜਿੱਥੇ ਪਰਮੇਸ਼ਰ ਦਾ ਆਤਮਾ ਉੱਤੇ ਜਾਂਦੀ ਹੈ। ਜੇ ਪਰਮੇਸ਼ਰ ਨਾਲ ਨਜ਼ਦੀਕੀ ਵਧੂਗੀ, ਜੇ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਵਸਦਾ, ਸਮਝੋ ਤੁਹਾਡਾ ਸੰਬੰਧ ਪੱਕਾ, ਤੇ ਤੁਸੀਂ ਬਲੈਸ ਕਿਉਂ ਨਹੀਂ ਹੋਗੇ? ਕਿਉਂਕਿ ਤਨ, ਮਾਣ, ਇੱਜ਼ਤ, ਮਹਿਮਾ, ਚੰਗਿਆਈ ਔਰ ਆਸ਼ੀਸ਼ ਕਿਹਦੇ ਹੱਥ ਆ? ਪਰਮੇਸ਼ਰ ਦੇ ਹੱਥ ਆ। ਉਹ ਕਹਿੰਦਾ ਤਰੱਕੀ ਨਾਲ ਚੜ੍ਹਦੇ ਨਾਲ ਲੈਂਦੇ, ਇੱਕ ਨੂੰ ਉੱਚਾ ਕਰਦਾ, ਇੱਕ ਨੂੰ ਨੀਵਾਂ ਕਰਦਾ। ਪਰ ਜਿਹੜੇ ਉਹਦੇ ਵਚਨ ਦੇ ਨਾਲ, ਉਹਦੇ ਹੁਕਮਾਂ ਦੇ ਨਾਲ ਪ੍ਰੀਤ ਲਾਉਂਦੇ, ਇਹ ਵਚਨ ਉਹਨਾਂ ਦੇ ਜੀਵਨ 'ਚ ਕੰਮ ਕਰਦਾ। ਇਹ ਵਚਨ ਬਹੁਤ ਤੇਜ਼ ਦੌੜਦਾ, ਉਹਦਾ ਵਚਨ ਬਹੁਤ ਸ਼ਕਤੀਸ਼ਾਲੀ ਆ। ਉਹ ਮਹੱਲਿਆਂ, ਘਰਾਂ ਦੇ ਵਿੱਚ, ਦੇਸ਼ਾਂ, ਹੱਦਾਂ ਟੱਪ ਜਾਂਦਾ। ਉਹਦਾ ਵਚਨ ਬਹੁਤ ਤੇਜ਼ ਦੌੜਦਾ, ਜ਼ਬੂਰ 'ਚ ਲਿਖਿਆ। ਬਹੁਤ ਪਾਵਰਫੁਲ ਵਚਨ ਹੈ ਇਹ ਪਵਿੱਤਰ ਵਚਨ ਦੇ ਨਾਲ ਜੇ ਤੁਸੀਂ ਆਗਿਆਕਾਰੀ ਜੀਵਨ ਬਤੀਤ ਕਰੋ, ਇਹਦੇ ਨਾਲ ਤੁਸੀਂ ਬਹੁਤ ਕੁਝ ਕਰ ਸਕਦੇ। ਪਰਮੇਸ਼ਰ ਦੇ ਵਚਨ ਦੇ ਨਾਲ ਬਹੁਤ ਬਲੈਸ ਹੋ ਸਕਦੇ ਆ ਤੁਸੀਂ ਆਪਣੇ ਜੀਵਨ ਦੇ ਵਿੱਚ। ਜੇ ਵਚਨ ਨੂੰ ਤੁਸੀਂ ਗ੍ਰਹਿਣ ਕਰਕੇ ਅੱਛੇ ਤਰੀਕੇ ਦੇ ਨਾਲ ਤੁਸੀਂ ਪ੍ਰਭੂ ਨਾਲ ਵਫਾਦਾਰ ਨਾਲ ਚੱਲੋ ਹੋਣਾ, ਤਾਂ ਤੁਸੀਂ ਤਾਂ ਸਮਝ ਲਓ ਵੀ ਉਹਦੇ ਵਚਨ ਲਿਖਿਆ ਕਹਿੰਦਾ ਪਹਾੜ ਨੂੰ ਕਹੋਗੇ ਹਟ ਜਾਓਗੇ, ਸਮੁੰਦਰ ਵੀ ਦੋ ਭਾਗ ਬਾਈਬਲ 'ਚ ਲਿਖਿਆ ਵੀ। ਹਿਜ਼ਕੀਆ ਨਬੀ ਨੇ ਜਦੋਂ ਪ੍ਰਾਰਥਨਾ ਕੀਤੀ ਸੀਗੀ, ਬਿਮਾਰ ਹੋ ਗਿਆ, ਤੇ ਪ੍ਰਭੂ ਕਹਿੰਦਾ ਹੁਣ ਤੂੰ ਮਰਨ ਵਾਲਾ। ਹਿਜ਼ਕੀਆ ਕਹਿੰਦਾ ਆਪਣੀ ਜ਼ਿੰਮੇਵਾਰੀ, ਕਹਿੰਦਾ ਪਰਿਵਾਰ ਉੱਤੇ ਵਾਅਦੇ ਹੁਣ ਬਸ ਥੋੜੇ ਦਿਨ ਹੀ ਆ। ਤੇ ਹਿਜ਼ਕੀਆ ਭੁੱਬਾ ਮਾਰ ਰੋਇਆ, ਕੰਧ ਵੱਲ ਮੂੰਹ ਕਰ ਲਿਆ, ਕਹਿੰਦਾ ਪ੍ਰਭੂ ਮੈਨੂੰ ਜ਼ਿੰਦਗੀ ਦੇ ਦੇ। ਤੇ ਯਸ਼ਾਇਆ ਨਬੀ ਨੂੰ ਕੀ ਆਇਆ? ਵਚਨ ਆਇਆ। ਇਹਨੂੰ ਆਇਆ, ਯਸ਼ਾਇਆ ਨਬੀ ਨੂੰ ਵਚਨ ਆਇਆ, ਕਹਿੰਦਾ ਜਦ ਕਹਿ ਦੇ ਉਹਨੂੰ, ਕਹਿੰਦਾ 15 ਸਾਲ ਮੈਂ ਤੇਰੇ ਜੀਵਨ ਦੇ ਵਧਾ ਦਿੱਤੇ ਆ। ਹਾਲੇਲੂਇਆ। ਕਹਿੰਦਾ 15 ਸਾਲ ਕਹਿੰਦਾ ਮੈਂ ਤੇਰੇ ਜੀਵਨ ਦੇ ਵਧਾ ਦਿੱਤੇ ਆ। ਜਾ ਯਸ਼ਾਇਆ ਹਿਜ਼ਕੀਆ ਨੂੰ ਕਹਿ ਦੇ। ਹਾਲੇਲੂਇਆ, ਹਾਲੇਲੂਇਆ। ਜਦੋਂ ਅਸੀਂ ਰੂਹ ਸੱਚਾਈ ਨਾਲ ਪ੍ਰਾਰਥਨਾ ਕਰਦੇ ਹਾਂ ਨਾ, ਇਮਾਨਦਾਰੀ, ਵਫਾਦਾਰੀ, ਸੱਚਾਈ ਨਾਲ ਚੱਲਦੇ, ਸੱਚੇ ਪਰਮੇਸ਼ਰ ਦੀ ਹਜ਼ੂਰੀ ਚ ਨਾ, ਉਹ ਆਪਣੇ ਵਚਨ ਨੂੰ ਘੱਲਦਾ, ਆਪਣੇ ਰਸੂਲਾਂ, ਨਬੀਆਂ ਰਾਹੀਂ ਫੇਰ ਕੀ ਕਰਦਾ? ਚੰਗੇ ਵੀ ਕਰ ਦਿੰਦਾ ਵਾ। ਜਦੋਂ ਅਸੀਂ ਲੰਗੜਾ ਕੇ ਚੱਲਦੇ ਹਾਂ ਨਾ, ਅਸੀਂ ਵਚਨ ਨੂੰ ਠੱਠਿਆਂ ਚੜਾਉਂਦੇ ਆ, ਅਸੀਂ ਡਰ ਭੈ ਨਹੀਂ ਰੱਖਦੇ, ਤੇ ਉਹ ਥੱਲੇ ਲੱਗ ਵੀ ਸਿੱਟ ਦਿੰਦਾ। ਉਹ ਮੂੰਹ 'ਚ ਰੋਟੀ ਖਿੱਚ ਲੈਂਦਾ ਵੇ, ਉਹ ਕਹਿੰਦਾ ਏਦਾਂ ਨਹੀਂ ਤਾਂ ਏਦਾਂ ਆ ਜਾਵੇ। ਹਾਲੇਲੂਇਆ। ਪਰ ਜਦੋਂ ਅਸੀਂ ਹਿਜ਼ਕੀਆ ਦੇ 15 ਸਾਲ ਵਧੇ ਦੇਖਦੇ ਆ, ਜਦੋਂ ਹਿਜ਼ਕੀਆ ਦੇ 15 ਸਾਲ ਵੱਧ ਗਏ, ਉਦੋਂ ਪ੍ਰਭੂ ਨੂੰ ਭੁੱਲ ਗਏ। ਕੀ ਹੋਇਆ? ਪ੍ਰਭੂ ਨੂੰ ਭੁੱਲ ਗਿਆ। 15 ਸਾਲ ਵੱਧ ਗਏ ਜੀਵਨ ਦੇ। ਹੁਣ ਪ੍ਰਭੂ ਨੇ ਕਹਿਤਾ ਇਹ 15 ਸਾਲ ਮੇਰੇ ਖਾਤੇ 'ਚ ਵੱਧ ਗਏ, ਇਹਨੂੰ ਕੋਈ ਘਟਾ ਨਹੀਂ ਸਕਦਾ। ਉਹਨੂੰ ਪਤਾ ਪਰਮੇਸ਼ਰ ਨੇ ਵਾਕ ਕੱਢਿਆ, ਵਾਪਸ ਨਹੀਂ ਲੈਂਦਾ। ਹੁਣ 15 ਸਾਲ ਮੇਰੇ ਜੀਵਨ 'ਚ ਵੱਧ ਗਿਆ। ਪ੍ਰਭੂ ਦਾ ਵਚਨ ਯਸ਼ਾਇਆ ਨੂੰ ਆਇਆ ਸੀਗਾ, ਕਹਿੰਦਾ ਇਹ ਵਚਨ ਝੂਠਾ ਨਹੀਂ, ਸੱਚਾ ਵਚਨ ਆ। ਔਰ ਕਹਿੰਦਾ ਹੁਣ ਇਹ ਵਚਨ ਮੇਰੇ ਜੀਵਨ ਦੇ ਵਿੱਚ ਪੂਰਾ ਹੋ ਜਾਣਾ। ਉਸੇ ਵੇਲੇ ਯਸ਼ਾਇਆ ਨੇ ਵਚਨ ਬੋਲਿਆ ਤੇ ਹਿਜ਼ਕੀਆ ਚੰਗਾ ਹੋ ਗਿਆ। ਔਰ ਜਦੋਂ ਹਿਜ਼ਕੀਆ ਚੰਗਾ ਹੋ ਗਿਆ, ਔਰ ਬਾਬਲ ਦੇ ਕਹਿੰਦਾ ਜਦੋਂ
बाबल तो लोग आए और उसे उन्हें परमेश्वर की महिमा नहीं की, उन्हें दसिया नहीं भी मैनू परमेश्वर ने 15 साल ਵਧਾਏ देखना आए थे। उन्हें ये नहीं कहा कि परमेश्वर का वचन आया सी मेरे जीवन च 15 साल बाद गए, गवाही नहीं दी। बाबल तो ਜਿਹੜੇ लोग आए थे गवाही नहीं दी, प्रभु ਨੂੰ भुल गया। की दिखाउण लग पिया? सोने चांदी महल दिखाउण लग पिया अपना। आ देखो जी मेरे सोना चांदी जवाहरात किन्ने भरे हुए आ महल दी कंधां देख लो स्पैशल बणियां वा, आ देखो हीरे जवाहरात पे आ। ते प्रभु दा वचन आया जसाया, कहंदा कौन आया सी? कहंदा बाबल तो लोग आए सी। कहंदा तू उन्होंने की दस्सिया? कहंदा कुछ नहीं दस्सिया, कहंदा बस मैं दस्सिया भी साडे इदां दा महल दिखाया। कहंदा जा अज तो बाद ते शराब है, कहंदा तेरी अंश खुसरे पैदा होणगे। हालेलुया। और कहंदा बाबल बुरज दे कहंदा जाके की करनगे उत्थे दरबारी होणगे। कहंदा तेरी अंश की कहूं? कहंदा हुण खुसरे पैदा होणगे। हिजकिया दी अंश कहंदा हिजकिया शराबित हो गया। 15 साल तो उम्र दे वधा लए ओने, पर सर्वशक्तिमान परमेश्वर ਨੂੰ ਭੁੱਲ ਲਿਆ ਜਿੱਦਾਂ ਅੱਜ ਦੇ ਵਿਸ਼ਵਾਸੀ ਭੁੱਲ ਜਾਂਦੇ। प्रभु तो चंगा करने की सामर्थ रखता। अज प्रभु तो बड़े काम हो गए, प्रभु तो बड़ी बीमारी हो गई, दुख तकलीफ प्रभु तो बड़े हो गए साडे। अज साडियां जरूरतां प्रभु तो बड़ियां हो गई, अज साडियां सोचां प्रभु तो बड़ियां हो गई, ते घरे बह जांदे आ। ये कहते जी साडे जीवन च चंगियाई नहीं आई जी, सानू ब्लैस नहीं किया, साडा काम रुकिया होया। चलदी नहीं बचन है ही नहीं, पता नहीं बचन दा। मन मर्जियां करदे आ, मन मर्जी नाल चलदे आ, क्योंकि मैं सच्चाई बोलण तो डरदा। अक्सर मैनू लोग अलामा दिंदे इदां हुंदा, मैं कहा जो सच है मैं बोलना ही बोलना, चंगा कहो मैनू माड़ा कहो, आओ ना आओ, जो परमेश्वर के वचन सर सच आ मैं उसे नूं ही बयान करदा, क्योंकि मैं तुहानूं उस खूह विच नरक च डिग्गण नहीं देना। जो परमेश्वर ने मेरी ड्यूटी लाई आ मैं तुहानूं अनंत अग विच सड़न नहीं देना, क्योंकि मेरा परमेश्वर कहंदा कि मैं तुहानूं अनंत जीवन दिता वा। जे उहने हुक्म लाया तां मैं तुहानूं उस नरक दी अग दे विच डिग्गण नहीं देना जिन्ना ही कदी ना। ਉਹ ਕਹਿੰਦਾ ਤੂੰ ਖਿੱਚ ਲਿਆਓ, क्योंकि वो अपने वचन नूं घल्लदा, तबाही तो बचाउंदा, चंगिया करदा। जो मेरी ड्यूटी लाई आ मैं वफादारी सच्चाई ईमानदारी नाल उस ड्यूटी नूं निभाउण दी कोशिश कर रहा। डरदे होए कंबदे होए, ये नहीं तुसीं सुनिया भी कदी भी अज पास्टर ऐतवार आया नहीं, कदी सुनिया? कदी बीमार होवे, तंगी च होवे, किसी तरह के हालात होवे, कदी सुनिया भी अज पास्टर चर्च च आया नहीं? जब बीमार से घरे काम पै गया, कभी मेरे को शिकायत आई? अभी मौका दिता तुहानूं बोलण का भी पास्टर अज आया नहीं। ते अपने देखो जरा तुसीं देखो भी तुहाडे शिकायत का मौका हैगा तुहाडे जीवन च आया? क्यों आया? क्योंकि तुसीं उस वचन नूं अपने जीवन विच लैके उहदी स्टडी नहीं की, पढ़ी है। जो ऐतवार नूं असीं वचन सीखते हैं, प्रभु की हजूरी च आउंदे, जो वचन सुन लिया उन्होंने पूरा हफ्ता रिविजन करना हुंदा वा, उन्होंने पढ़ना हुंदा वा प्रार्थना द्वारा कि परमेश्वर तेरा आत्मा तेरे दास द्वारा बोलिया सी, वचन हुण मेरे जीवन च पूरा कर, मेरे परिवार मेरे बच्चे च पूरा कर। वचन बोलिया सी क्योंकि तेरे वचन जिहड़ा बोलण वाला तू नहीं, तेरा आत्मा वा, तू खुद बोलिया परमेश्वर। ये प्रार्थना करनी हुंदी आ, ये मनन करना हुंदा वा। जे वचन सुन लिया ऐतवार, ये नहीं भी सुन के ताड़ियां मार के बस असीं आत्मा च पा के ठीक है, नहीं, उन्होंने कायम भी रखना। कोले वाली भट्ठी देखी है? कोले वाली भट्ठी के खास थले मोगा ज रखिया हुंदा, उहदे विच थोड़ी हवा छड्डी हुंदी है, देखी सारे? जे उहदे विच हवा ना पवे ना, कोले दा भर के नूं मंगा के जे हवा ना पवे ठंडी हो जाती है, फिर कहंदे थल्ले कढ दिओ ठीक, फिर हवा जदी होर मंगदी रहंदी। इसे तरह जे तुसी परमेश्वर की हजूरी विच उहदे वचन दे विच नहीं खड़े तां इह पवित्र आत्मा दी अग दी भट्ठी ठंडी हो जाती है। वो जोत हौली हौली कड़ करके इदां बुझण लग पैंदी। क्यों? क्योंकि तुसी पाप वाल फिर मुड़ जांदे, तुसी बुराई वाल फिर मुड़ जांदे, तुसी फिर हनेरे वाल मुड़ जांदे। इस करके इसनूं जागरूक करन लई, इसनूं होर अपने जीवन दे विच
ਪਵਿੱਤਰ ਆਤਮਾ ਦੀ ਅੱਗ ਨੂੰ ਜਲਾਉਣ ਵਾਸਤੇ ਸਾਨੂੰ ਹਜ਼ੂਰੀ ਵਿੱਚ, ਫਾਸਟਿੰਗ ਵਿੱਚ, ਪ੍ਰਾਰਥਨਾ ਵਿੱਚ, ਵਚਨ ਵਿੱਚ ਬਣੇ ਰਹਿਣ ਦੀ ਲੋੜ ਹੈ। ਹਾਲੇਲੂਇਆ, ਹਾਲੇਲੂਇਆ। ਕਦੀ ਸੁਣਿਆ ਕਿਤੇ ਵੀ ਪਾਸਟਰ ਇੱਕ ਦਿਨ ਪਹਿਲੋਂ ਆ ਕੇ ਬੈਠਾ ਤਿਆਰੀਆਂ ਕਰਨ ਡਿਆ ਤੁਹਾਡੇ ਵਾਸਤੇ? ਕਦੀ ਕਿਸੇ ਚਰਚ 'ਚ ਸੁਣਿਆ ਕਿ ਪਾਸਟਰ ਖੁਦ ਆ ਕੇ ਪਹਿਲੋਂ ਆ ਕੇ ਤਿਆਰੀਆਂ ਕਰਨ ਡਿਆ ਤੁਹਾਡੇ ਵਾਸਤੇ, ਸਾਰੇ ਸਿਸਟਮ ਤਿਆਰ ਕਰਨ ਦੇ, ਤੁਹਾਡੇ ਲਈ ਦਰੀਆਂ ਵਿਛਾਉਣ ਡਿਆ ਇੱਕ ਦਿਨ ਪਹਿਲਾਂ ਆ ਕੇ? ਇਹ ਸੁਣਿਆ ਕਿਤੇ ਪਾਸਟਰ? ਹਾਲੇਲੂਇਆ, ਹਾਲੇਲੂਇਆ। ਤੁਹਾਡੀ ਲਈ ਸਾਰੀ ਵਿਵਸਥਾ ਅੱਛੀ ਕਰਨ ਡਿਆ। ਜਦੋਂ ਚਰਚ ਜਾ ਕੇ ਦੇਖ ਲਓ, ਕਿਤੇ ਵੀ ਜਾ ਕੇ ਦੇਖ ਲਈਏ, ਉਹ ਕਹਿੰਦੇ ਕੋਈ ਨਾ, ਮੌਕੇ ਦੇ ਮੌਕੇ ਚੱਲਾਂਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਉਹ ਲਾਲਾ ਭਾਈ ਦੱਸਦਾ, ਉਹ ਕਹਿੰਦੇ ਵੀ ਇੱਕ ਜਗ੍ਹਾ ਚਰਚ ਗਏ, ਉਹ ਕਹਿੰਦੇ ਜਿਹੜੇ ਗਿੱਲੇ ਗਿੱਲੇ ਲੋਕ ਆ ਨਾ, ਉਹਨਾਂ ਨੂੰ ਬਾਹਰ ਬਿਠਾ ਦੋ, ਅੰਦਰ ਨਹੀਂ ਵੜਨ ਦੇਣਾ। ਹਾਲੇਲੂਇਆ। ਜਿਹੜਾ ਦੇ ਕੱਪੜੇ ਗਿੱਲੇ ਉਹਨੂੰ ਅੰਦਰ ਨਹੀਂ ਵੜਨ ਦੇਣਾ। ਲਾਲਾ ਭਾਈ ਦਾ ਦੱਸਦਾ, ਕਿਤੇ ਚਰਚ ਦੀ ਗੱਲ ਦੱਸਦਾ ਜੀ, ਕਹਿੰਦਾ ਉਹ ਕਹਿੰਦਾ ਜਿਨ੍ਹਾਂ ਦੇ ਗਿੱਲੇ ਕੱਪੜੇ ਉਹਨਾਂ ਨੂੰ ਅੰਦਰ ਚਰਚ ਨਹੀਂ ਵੜਨ ਦੇਣਾ, ਪਰ ਕਹਿੰਦੇ ਜਦੋਂ ਕਹਿੰਦੇ ਯਾਰ ਉਹ ਕੀ ਕਹਿਣਗੇ, ਕਹਿੰਦੇ ਵੀ ਸਾਨੂੰ ਬਾਹਰ ਬਾਹਰ ਤਾਂ ਫਿਰ ਕਹਿੰਦੇ ਉਹਨਾਂ ਨੂੰ ਵੀ ਅੰਦਰ ਵਾੜ। ਫਿਰ ਕਹਿਣ ਦਾ ਮਤਲਬ ਆ ਕਿ ਅਸੀਂ ਉਸ ਮਸੇ ਦੀ, ਪਰਮੇਸ਼ਰ ਦੀ ਕਦਰ ਨਹੀਂ ਕਰਦੇ। ਅਸੀਂ ਭੁੱਲ ਬੈਠੇ ਆ ਕਿ ਜਿਹਦਾ ਅਸੀਂ ਅੱਗੇ ਤੌਬਾ ਕੀਤੀ ਆ ਉਹ ਜਿੰਦਾ ਪਰਮੇਸ਼ਰ ਆ। ਉਹ ਤੁਹਾਡੀ ਇੱਕ ਇੱਕ ਕੰਮ ਤੇ ਗੱਲ ਤੇ ਨਿਗਾਹ ਰੱਖੀ ਆ, ਉਹ ਵਚਨ ਦੇ ਮੁਤਾਬਿਕ ਚੱਲਦਾ, ਉਹ ਤੁਹਾਡੇ ਤੇ ਮੇਰੇ ਮੁਤਾਬਿਕ ਨਹੀਂ ਚੱਲਦਾ, ਤੁਹਾਡੀ ਸੋਚ ਦੇ ਮੁਤਾਬਿਕ ਨਹੀਂ ਚੱਲਦਾ, ਤੁਹਾਡੀਆਂ ਗੱਲਾਂ ਦੇ ਮੁਤਾਬਿਕ ਨਹੀਂ ਚੱਲਦਾ। ਜੇ ਤੁਹਾਡੀਆਂ ਗੱਲਾਂ ਤੁਹਾਡੀ ਸੋਚ ਦੇ ਮੁਤਾਬਿਕ ਨਹੀਂ ਚੱਲਦਾ, ਉਹਨੇ ਮੈਨੂੰ ਵੀ ਤੁਹਾਡੀ ਗੱਲਾਂ ਤੇ ਤੁਹਾਡੀ ਸੋਚ ਦੇ ਮੁਤਾਬਿਕ ਨਹੀਂ ਚੱਲਣ ਦੇਣਾ। ਉਹਨੇ ਕਿੰਨਾ ਚਲਾਉਣਾ ਮੈਨੂੰ? ਆਪਣੇ ਆਤਮਾ ਦੁਆਰਾ। ਮੈਂ ਲੱਖ ਕਹੀ ਜਾਵਾਂ ਨਹੀਂ ਕੋਈ ਗੱਲ ਨਹੀਂ, ਪਰ ਨਹੀਂ, ਪਰਮੇਸ਼ਰ ਨੇ ਆਪਣੀ ਆਤਮਾ ਦੁਆਰਾ ਹੀ ਸਾਰੀ ਗੱਲ ਕਰਨਾ ਵਾ, ਨਾ ਕਿ ਉਹਨੇ ਮੇਰੀ ਸੋਚ ਨਾ ਤੁਹਾਡੀ ਸੋਚ ਦੁਆਰਾ। ਹਾਲੇਲੂਇਆ। ਕਿਉਂਕਿ ਪਵਿੱਤਰ ਵਚਨ ਬਹੁਤ ਤੇਜ਼ ਦੌੜਦਾ ਵਾ, ਇਹ ਪਾਵਰਫੁਲ ਵਚਨ ਆ। ਇਹ ਘਰਾਂ ਦੇ ਵਿੱਚ, ਉਹਦੀ ਕੰਧਾਂ ਦੇ ਵਿੱਚ ਲੰਘ ਜਾਂਦਾ, ਇਹ ਸਰਹੱਦਾਂ ਟੱਪ ਜਾਂਦਾ ਹੈ, ਇਹ ਸਮੁੰਦਰਾਂ ਨੂੰ ਵੀ ਟੱਪ ਜਾਂਦਾ ਹੈ, ਇਹ ਹਰ ਇੱਕ ਚੀਜ਼ ਨੂੰ ਟੱਪ ਜਾਂਦਾ ਹੈ। ਬਹੁਤ ਤੇਜ਼ ਦੌੜਦਾ, ਬੜਾ ਫਾਸਟ ਹੈ, ਪੂਰੇ ਜਗਤ ਦੇ ਵਿੱਚ ਦੌੜਿਆ ਫਿਰਦਾ ਹੈ। ਕਿਉਂਕਿ ਸਮਰਥੀ ਪਰਮੇਸ਼ਰ, ਪੂਰੀ ਸ੍ਰਿਸ਼ਟੀ ਨੂੰ ਰਚਣਾ ਪਰਮੇਸ਼ਰ, ਇੱਕ ਵੀ ਵਸਤੂ ਉਸ ਤੋਂ ਬਗੈਰ ਨਹੀਂ ਰਚੀ। ਜਿਹੜਾ ਹੈ ਹੀ ਪਰਮੇਸ਼ਰ ਨਾਲ ਸ਼ਕਤੀਸ਼ਾਲੀ, ਉਹ ਤਾਂ ਤੁਸੀਂ ਜੋ ਮਰਜ਼ੀ ਲੈ ਲਓ, ਲੈਣੇ ਨਹੀਂ ਹੋਣਾ। ਭਾਵੇਂ ਚੰਗਿਆਈ ਲੈ ਲਓ, ਛੁਟਕਾਰਾ ਲੈ ਲਓ, ਬਲੈਸਿੰਗ ਲੈ ਲਓ, ਤੁਸੀਂ ਤਾਂ ਬਾਈਬਲ ਪੜ੍ਹ ਕੇ ਵੀ ਲੈ ਨਹੀਂ ਸਕਦੇ। ਕਿਉਂ ਨਹੀਂ ਲੈ ਸਕਦੇ? ਕਿਉਂਕਿ ਹੱਲੇ ਆ ਸਾਫ਼ ਨਹੀਂ, ਮਨ ਸਾਫ਼ ਨਹੀਂ। ਮਨ ਦੇ ਵਿੱਚ ਹੱਲੇ ਵੀ ਕ੍ਰੋਧ, ਵੈਰ, ਪਾਪ, ਚੁਗਲੀਆਂ, ਉਂਗਲ ਏਦਾਂ ਚੱਕਦੇ। ਕਿਉਂਕਿ ਜਿੰਨਾ ਚਿਰ ਤੁਸੀਂ ਜਿਸ ਸੇਵਾ ਦੇ ਵਿੱਚ, ਉਸ ਸੇਵਾ ਦੇ ਵਿੱਚ, ਉਸ ਦਰਸ਼ਨ ਨੂੰ, ਉਸ ਵਿਸ਼ ਨੂੰ ਆਪਣਾ ਦਰਸ਼ਨ ਲੈ ਕੇ ਨਹੀਂ ਚੱਲਦੇ, ਉਹਨਾਂ ਹੀ ਕਰਮ ਰਸਤੇ। ਇਹ ਪਾਸਟਰ ਇਕੱਲੇ ਦਾ ਦਰਸ਼ਨ ਨਹੀਂ, ਤਾਂ ਪੂਰੀ ਟੀਮ, ਪੂਰੀ ਕਲੀਸਿਆ ਦਾ ਦਰਸ਼ਨ ਹੁੰਦਾ। ਔਰ ਜਿਹੜੇ ਵਿਸ਼ਵਾਸੀ ਉਸ ਦਰਸ਼ਨ ਨੂੰ, ਉਸ ਵਿਸ਼ਵਾਸ ਨੂੰ, ਉਸ ਕਲੀਸਿਆ ਦੇ ਵਿੱਚ ਨਾਲ ਲੈ ਕੇ ਚੱਲਦੇ, ਉਹਦੀ ਬਲੈਸਿੰਗ ਹੁੰਦੀ। ਉਹ ਭਾਵੇਂ ਜਿੱਥੇ ਮਰਜ਼ੀ ਜਾਣ। ਕਿਉਂਕਿ ਇੱਕ ਜਗ੍ਹਾ ਤੇ ਹੀ ਪੂਰੀ ਸੱਚਾਈ ਵਫਾ ਦੇ ਨਾਲ ਕੰਮ ਨਹੀਂ ਕੀਤਾ, ਦੂਸਰੀ ਜਗ੍ਹਾ ਜਾਣਗੇ, ਉੱਥੇ ਵੀ ਉਹਨਾਂ ਨੇ ਟਿਕਣਾ ਨਹੀਂ, ਉੱਥੇ ਵੀ ਟਿਕਣਾ ਨਹੀਂ, ਉੱਥੇ ਵੀ ਟਿਕਣਾ। ਕਿਉਂਕਿ ਇੱਕ ਜਗ੍ਹਾ ਹੋ ਕੇ ਵੀ ਉਹਨਾਂ ਨੇ ਪਰਮੇਸ਼ਰ ਦੇ ਆਤਮਾ ਅਨੁਸਾਰ, ਵਚਨ ਅਨੁਸਾਰ ਵਫਾਦਾਰੀ ਨਾਲ ਕੰਮ ਨਹੀਂ ਕੀਤਾ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਜਦੋਂ ਤੁਸੀਂ ਚੱਲਦੇ ਆ, ਤੁਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਵਿਸ਼ਵਾਸ ਨਾਲ ਚੱਲਦੇ ਆ, ਉਹ ਜਦੋਂ ਚੱਲਣਾ ਵਾ ਇਹਦਾ ਅਧੀਨਗੀ ਨਾਲ ਚੱਲਣਾ, ਪੂਰੀ ਸੱਚਾਈ ਨਾਲ। ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਵੀ ਪਰਮੇਸ਼ਰ ਵੀ ਚੰਗਿਆਈ ਦਿੱਤੀ ਜਾਂ ਨਹੀਂ ਦਿੱਤੀ, ਮੇਰਾ ਕੰਮ ਹੋਇਆ ਜਾਂ ਨਹੀਂ ਹੋਇਆ, ਕਿਸੇ ਵੀ ਹਾਲਾਤ ਚ ਕੋਈ ਪਰਮੇਸ਼ਰ ਹੈ। ਹੁਣ ਪੌਲਸ ਰਸੂਲ ਕਹਿੰਦਾ ਹੋ ਸਕੇ ਤਾਂ ਪਰਮੇਸ਼ਰ ਮੇਰੇ ਜੀਵਨ 'ਚ ਕੰਡਾ ਕੱਢ ਦੇ, ਪਰ ਪ੍ਰਭੂ ਕਹਿੰਦਾ ਮੇਰੀ ਕਿਰਪਾ ਨਿਰਬਲਤਾ 'ਚ ਸਿੱਧ ਹੁੰਦੀ ਹੈ। ਕਹਿੰਦਾ ਇਹ ਤੇਰੇ ਲਈ ਠੀਕ ਹੈ। ਹਾਲੇਲੂਇਆ। ਤੇ ਪੌਲਸ ਕਹਿੰਦਾ ਕੌਣ ਮੈਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰ ਸਕਦਾ? ਕੀ ਮੌਤ, ਕੀ ਬਿਮਾਰੀ, ਕੀ ਕਾਲ, ਕੀ ਹਕੂਮਤਾਂ, ਕੀ ਰਿਆਸਤਾਂ? ਕਹਿੰਦਾ ਕੋਈ ਮੈਨੂੰ ਮਸੀਹ ਦੇ ਪ੍ਰੇਮ ਤੋਂ ਭੁੱਖ ਬਿਮਾਰੀ ਮੈਨੂੰ ਅਲੱਗ ਨਹੀਂ ਕਰ ਸਕਦੀ। ਕਹਿੰਦਾ ਮਰਨਾ ਮੇਰੇ ਲਈ ਕੀ ਆ? ਮਸੀਹ ਆ, ਤੇ ਜੀਣਾ ਵੀ ਮੇਰੇ ਲਈ ਮਸੀਹ ਆ। ਲਾਭ ਹੈ।
ਹਾਲੇਲੂਇਆ। ਅਸੀਂ ਬਾਈਬਲਾਂ ਤਾਂ ਚੱਕ ਲਈਆਂ, ਤੌਬਾ ਵੀ ਕਰ ਲਈ, ਪਰ ਹਾਲੇ ਤੱਕ ਪਵਿੱਤਰ ਬਾਈਬਲ ਨੂੰ ਸ਼ਾਇਦ ਤੁਸੀਂ ਸਮਝ ਨਹੀਂ ਸਕੇ। ਜੇ ਸਮਝ ਸਕੇ ਹਾਂ ਤਾਂ ਅਸੀਂ ਉੱਤੇ ਜਾਣ ਕੇ ਚੱਲਣਾ ਨਹੀਂ ਚਾਹੁੰਦੇ। ਜੇ ਚੱਲਣਾ ਚਾਹੁੰਦੇ ਹਾਂ ਤੇ ਇਹਦਾ ਮਤਲਬ ਅਸੀਂ ਮੂਰਖਤਾ ਹੀ ਕਰਦੇ, ਬੇਵਕੂਫੀਆਂ ਜਾਣ ਕੇ ਚੱਲਦੇ ਵੀ ਅਸੀਂ ਪਰਤਾਵੇ 'ਚ ਪਈਏ, ਬਿਮਾਰੀ 'ਚ ਪਈਏ, ਸ਼ੈਤਾਨ ਅਟੈਕ ਕਰੇ, ਹਨਾ। ਫਿਰ ਤਾਂ ਜਾਣ ਬੁੱਝ ਕੇ ਖੂਹ 'ਚ ਅਸੀਂ ਛਾਲ ਮਾਰਦੇ ਹਾਂ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਪਰਮੇਸ਼ਰ ਆਪਣੇ ਵਚਨ ਨੂੰ ਕਰਦਾ, ਤਬਾਹੀ ਤੋਂ ਬਚਾਉਂਦਾ, ਚੰਗਿਆ ਕਰਦਾ। ਹਿਜ਼ਕੀਆ ਨੂੰ ਜੇ ਚੰਗਾ ਕਰ ਦਿੰਦਾ ਸੀ, ਹਿਜ਼ਕੀਆ ਸਰਵ ਸ਼ਕਤੀਮਾਨ ਪਰਮੇਸ਼ਰ ਨੂੰ ਭੁੱਲ ਗਿਆ ਤੇ ਆਪਣੇ ਸੋਨੇ ਚਾਂਦੀ ਦਿਖਾਉਣ ਲੱਗ ਪਿਆ। ਉਹਨੇ ਪਰਮੇਸ਼ਰ ਦੇ ਨਾਮ ਦੀ ਗਵਾਹੀ ਨਹੀਂ ਦਿੱਤੀ ਕਿ ਪਰਮੇਸ਼ਰ ਨੇ ਮੇਰੇ ਜੀਵਨ 'ਚ 15 ਸਾਲ ਵਧਾ ਦਿੱਤੇ ਆ। ਉਹਨਾਂ ਨੂੰ ਸੋਨਾ ਚਾਂਦੀ ਮਹਿਲ ਦਿਖਾ ਦਿੱਤਾ। ਪਰਮੇਸ਼ਰ ਦਾ ਵਚਨ ਦਿਖਾ ਤੂੰ ਦੂਜੀ ਵਾਰ ਕਹਿੰਦਾ ਜਾ ਉਹਨੂੰ ਸ਼ਰਾਪ ਦੇ, ਕਹਿੰਦਾ ਜਿਹੜੇ 15 ਸਾਲ ਵਧਾਏ ਸੀਗੇ, ਕਹਿੰਦਾ ਤੇਰੀਆਂ ਖੁਸਰੇ ਪੈਦਾ ਹੋਣਗੇ ਹੁਣ ਤਾਂ ਗੁਲਾਮੀ ਕਰਨਗੇ ਬਾਬਲ ਦੀ। ਕਹਿੰਦਾ ਹੁਣ ਕਈ ਵੇਲੇ ਬਲੈਸਿੰਗ ਆਸ਼ੀਸ਼ ਸਾਨੂੰ ਸ਼ਰਾਬਤ ਵੀ ਕਰ ਦਿੰਦੀ ਆ, ਔਰ ਕਈ ਵੇਲੇ ਜਦੋਂ ਅਸੀਂ ਨਹੀਂ ਉਹਦੀ ਮਹਿਮਾ ਕਰਦੇ, ਵਡਿਆਈ ਕਰਦੇ, ਕਿਉਂਕਿ ਜਦੋਂ ਅਸੀਂ ਚੰਗਿਆਈ ਲੈਂਦੇ ਆ, ਬਲੈਸਿੰਗ ਲੈ ਲੈਂਦੇ, ਗਵਾਹੀ ਲੈ ਲੈਂਦੇ ਆ, ਸਮਝ ਲਓ ਕਿ ਤੁਸੀਂ ਪਰਮੇਸ਼ਰ ਦੇ ਨਾਮ ਦੀ ਗਵਾਹੀ ਦੇ ਦਿੱਤੀ, ਸੱਚੀ ਗਵਾਹੀ। ਤੁਹਾਡੇ ਆਤਮਾ ਕਿਹਨੇ ਕੀਤਾ ਕੰਮ? ਉਹਦੇ ਆਤਮਾ ਨੇ ਚੰਗਾ ਕੀਤਾ, ਤੁਹਾਨੂੰ ਬਲੈਸ ਕੀਤਾ। ਔਰ ਜੋ ਚੰਗਾ ਕਰਤਾ, ਬਲੈਸ ਕਰ ਦਿੱਤਾ, ਸੌਂਗੇ ਜਾ ਕੇ 2-3 ਮਹੀਨੇ ਫਿਰ ਚਰਚ ਦਾ ਪਤਾ ਨਹੀਂ, ਚਰਚ ਕਿੱਥੇ ਦਾ, ਪਾਸਟਰ ਕਿੱਥੇ ਦਾ, ਵਚਨ ਕਿੱਥੇ ਨਾ ਜੀ। ਅਸੀਂ ਘਰੇ ਹੁਣ ਪ੍ਰਾਰਥਨਾ ਕਰੀ, ਸਾਡੀਆਂ ਪ੍ਰਾਰਥਨਾ ਦੇ ਉੱਤਰ ਆਉਂਦੇ, ਅਸੀਂ ਪ੍ਰਾਰਥਨਾ ਬੰਦੇ ਚੰਗੇ ਹੁੰਦੇ। ਉਹ ਤੁਹਾਨੂੰ ਨਹੀਂ ਪਤਾ ਇਹ ਅਣਚਾਹਾ ਭਾਰ ਤੁਸੀਂ ਚੱਕੀ ਜਾਂਦੇ ਆ, ਚੱਕਣਾ ਤੁਹਾਡੇ ਤੋਂ ਔਖਾ ਹੈ। ਹੁਣ ਤੁਸੀਂ ਬੈਂਕ 'ਚ ਡਿਊਟੀ ਕਰ ਲਓਗੇ ਜਾ ਕੇ? ਇਖਤਿਆਰ, ਇੱਕ ਹੁਕਮ ਹੁੰਦਾ ਪਰਮੇਸ਼ਰ ਦਾ ਕਿ ਜਿਹਨੂੰ ਹੁਕਮ ਇਖਤਿਆਰ ਦਿੱਤਾ ਗਿਆ ਉਸ ਚੀਜ਼ ਨੂੰ ਉਹੀ ਕਰ ਸਕਦਾ। ਹੁਣ ਤੁਸੀਂ ਬਿਮਾਰ ਤੇ ਹੱਥ ਰੱਖ ਕੇ ਪ੍ਰਾਰਥਨਾ ਕਰ ਦੋ, ਉਲਟਾ ਕੀ ਹੁੰਦਾ? ਹੋਰ ਮਹੀਨੇ 2 ਮਹੀਨਿਆਂ ਤੱਕ ਉਹ ਬਿਮਾਰੀ, ਸ਼ਰਾਬ ਕੀ ਆ ਤੁਹਾਡੇ ਜੀਵਨ 'ਚ ਦਿਖਣ ਲੱਗ ਪੈਣਾ। ਤੁਹਾਨੂੰ ਪਤਾ ਲੱਗਣ ਲੱਗ ਪੈਣਾ ਮੈਂ ਪ੍ਰਾਰਥਨਾ ਕੀਤੀ, ਮੇਰੇ ਜੀਵਨ ਦੇ ਵਿੱਚ ਆਹ ਪ੍ਰੋਬਲਮ ਖੜੀ ਹੋ ਗਈ। ਹਾਂ, ਪ੍ਰਾਰਥਨਾ ਕਰਨੀ ਹੈ, ਸੈਪਰੇਟ ਕਰ ਸਕਦੇ ਅਸੀਂ। ਕੋਈ ਜਿੰਨਾ ਚਿਰ ਅਸੀਂ ਪੂਰੇ ਸੰਪੂਰਨ ਹੈ ਨਹੀਂ ਕਿ ਅਸੀਂ ਦੌੜਦੇ ਨਹੀਂ ਗਏ, ਅਸੀਂ ਵਚਨ ਦੇ ਅੰਦਰ ਹੀ ਨਹੀਂ, ਅਸੀਂ ਗਵਾਹੀ ਦਿੰਦੇ ਆ ਔਰ ਗਵਾਹੀ ਦੇ ਕੇ ਘਰੇ ਬੈਠੇ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਸੰਗਤੀ ਦੇ ਵਿੱਚ ਹੀ ਪਰਮੇਸ਼ਰ ਦਾ ਆਤਮਾ ਬਲੈਸ ਕਰਦਾ। ਕਿਉਂਕਿ ਜਦੋਂ ਅਸੀਂ ਸਾਰੇ ਹੱਥਾਂ ਨੂੰ ਉਠਾਉਂਦੇ ਆ, ਤੁਹਾਨੂੰ ਪਤਾ ਪਾਸਟਰ ਦੀ ਪ੍ਰਾਰਥਨਾ ਕਦੋਂ ਸੁਣੀ ਜਾਂਦੀ ਹੈ? ਏਦਾਂ ਧਿਆਨ ਦਿਓ, ਕਦੋਂ ਸੁਣੀ ਜਾਂਦੀ ਹੈ? ਪਾਸਟਰ ਦੀ ਪ੍ਰਾਰਥਨਾ ਵੀ ਉਦੋਂ ਹੀ ਸੁਣੀ ਜਾਣੀ ਹੈ ਜਦੋਂ ਤੁਸੀਂ ਹੱਥਾਂ ਨੂੰ ਉਠਾਓਗੇ ਪ੍ਰਾਰਥਨਾ ਕਰਨ। ਹਾਲੇਲੂਇਆ, ਹਾਲੇਲੂਇਆ। ਜਿੰਨਾ ਚਿਰ ਕਲੀਸਿਆ ਨਹੀਂ ਆਪਣੇ ਹੱਥਾਂ ਨੂੰ ਉਠਾਉਂਦੀ, ਅਧੀਨ ਹੁੰਦੀ, ਪ੍ਰਾਰਥਨਾ ਕਰਦੀ ਪਾਸਟਰ ਦੇ ਨਾਲ, ਉਨਾ ਚਿਰ ਪਾਕਰੂ ਨਹੀਂ ਹੁੰਦੇ। ਕਿਉਂਕਿ ਸਭ ਇੱਕ ਮਨ, ਇੱਕ ਚਿੱਤ, ਇੱਕ ਆਤਮਾ ਹੁੰਦੇ, ਪ੍ਰਾਰਥਨਾ ਕਰਦੇ ਆ ਤਾਂ ਪਰਮੇਸ਼ਰ ਦਾ ਮਸਾ, ਉਹਦਾ ਆਤਮਾ ਪੁਕਾਰਦੇ ਆ ਅਸੀਂ ਤੇ ਕੰਮ ਕਰਦਾ। ਫਿਰ ਉਹਦੇ ਵਚਨ ਲਿਖਿਆ ਜਿੱਥੇ 2 ਜਾਂ 3 ਜਮ੍ਹਾਂ ਹੁੰਦੇ ਔਰ ਮੇਰੇ ਨਾਮ ਦੀ ਗਵਾਹੀ ਦਿੰਦੇ, ਪ੍ਰਾਰਥਨਾ ਕਰਦੇ ਆ ਤਾਂ ਕਹਿੰਦਾ ਮੇਰਾ ਆਤਮਾ ਮੇਰੀ ਹਜ਼ੂਰੀ ਦੀ ਜਗ੍ਹਾ ਮੌਜੂਦ ਹੈ। ਅੱਜ ਅਸੀਂ ਚੰਗਿਆਈ ਤਾਂ ਲੈਣੀ ਚਾਹੁੰਦੇ ਆ, ਅਸੀਂ ਬਲੈਸਤਾ ਹੋਣੀ ਚਾਹੁੰਦੇ ਆ, ਸਾਡੇ ਕਈ ਲੋੜਾਂ ਵਾ, ਪਰ ਅਸੀਂ ਚੱਲਣਾ ਨਹੀਂ ਚਾਹੁੰਦੇ, ਅਸੀਂ ਚਰਚ ਆਉਣਾ ਨਹੀਂ ਚਾਹੁੰਦੇ, ਉਪਵਾਸ ਰੱਖਣਾ ਨਹੀਂ ਚਾਹੁੰਦੇ, ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਕਰਨਾ ਨਹੀਂ ਚਾਹੁੰਦੇ। ਆ ਬੇਟਾ ਕਿੱਥੇ? ਅਭਿਸ਼ੇਕ ਹੋ ਰਿਹਾ। ਆ ਮੁੰਡਾ ਦੇਖੋ ਕਿੰਨਾ ਘੋਰਾ ਗਿਆ, ਤੇ ਉਹ ਦੂਸਰਾ ਮੁੰਡਾ A to Z ਚਮਚ ਤਾਈ ਵੀ ਅੰਦਰ ਧਵਾ ਕੇ ਰੱਖ ਕੇ ਜਾਂਦੇ, ਸਵੇਰ ਤੜਕੇ ਆ ਜਾਂਦੇ। ਕੀ ਇਹ ਮੁੰਡਾ ਕੀ ਸਮਝ ਹੈ? ਰੱਸਿਆਂ ਤਾਈਆਂ, ਸਾਰਿਆਂ ਤਾਈਆਂ, ਭੋਰਾ ਨਿਆਣੇ ਕੰਮ ਕਰਕੇ ਐਂਡ ਤੇ ਫੇਰ ਜਾਣਾ। ਰੋਟੀ ਦਾ ਵੀ ਰੋਟੀ ਖਾਣੀ ਜਾਂ ਨਹੀਂ ਖਾਣੀ ਇਹ ਵੀ ਨਹੀਂ ਹੁੰਦਾ ਇਹਨਾਂ ਦਾ। ਸਵੇਰ ਨੂੰ ਵੀ ਸਾਰਾ ਕੰਮ ਕਰਾ ਕੇ ਇੱਥੇ ਫੇਰ ਜਾ ਕੇ ਰੋਟੀ ਦਾ ਤਿਆਰ ਹੋ ਕੇ ਆਉਂਦੇ ਹੋ। ਹਾਲੇਲੂਇਆ। ਤਾਂ ਫਿਰ ਕਿਉਂ ਨਹੀਂ ਪਰਮੇਸ਼ਰ ਬਲੈਸ ਕਰੇਗਾ? ਪਰਮੇਸ਼ਰ ਤਾਂ ਦੇਖਦਾ ਹੀ ਆ, ਹਨਾ। ਇਹ ਬੱਚਾ ਵੈਸੇ ਬਹੁਤ ਵਾਰੀ ਦੇਖਿਆ ਵਾ, ਇਹ ਉਹਨਾਂ ਚਿਕਰ ਇਸ ਜਗ੍ਹਾ ਤੋਂ ਜਾਂਦਾ ਨਹੀਂ ਜਿੰਨਾ ਚਿਕਰ ਕੰਮ ਨਾ ਨਿਬੜੇ। ਦੁਪਹਿਰ ਸ਼ਾਮ ਨੂੰ ਵੀ ਹਨਾ ਨੇ, ਜਿੰਨਾ ਚਿਕਰ ਅਸੀਂ ਨੇ ਤੁਰੇ ਹਨਾ ਉਹਨਾਂ ਚਿਕਰ ਤੋਂ ਜਾਂਦੇ ਨਹੀਂ।
ਕਹਿਣ ਦੀ ਲੋੜ ਨਹੀਂ ਪੈਂਦੀ ਕੰਮ ਦੀ ਨਾ ਵੀ ਤੁਸੀਂ ਕਰੋ ਜਾਂ ਨਾ ਕਰੋ, ਐਟੋਮੈਟਿਕ ਕਰੀ ਜਾਂਦੇ, ਐਟੋਮੈਟਿਕ ਕਹਿਣਾ ਹੀ ਉਹਨਾਂ ਨੂੰ ਪਤਾ ਵੀ ਆਹ ਕੰਮ ਅਸੀਂ ਰੋਜ਼ ਕਰਦੇ, ਐਟੋਮੈਟਿਕ ਕਰੀ ਜਾਂਦੇ। ਇਹ ਹੁੰਦੀ ਅਧੀਨਗੀ ਔਰ ਪਰਮੇਸ਼ਰ ਦੀ ਹਜ਼ੂਰੀ ਨਾਲ ਪਿਆਰ, ਔਰ ਪਰਮੇਸ਼ਰ ਦੇ ਕੰਮ ਨਾਲ ਪਿਆਰ। ਕਿਉਂ ਨਹੀਂ ਪਰਮੇਸ਼ਰ ਬਲੈਸ ਕਰੇਗਾ ਇਹਨਾਂ ਨੂੰ? ਕਿਉਂ ਨਹੀਂ ਪਰਮੇਸ਼ਰ ਵਧਾਏਗਾ? ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਪਰਮੇਸ਼ਰ ਸਭ ਕੁਝ ਦੇਖਦਾ, ਉਹ ਦਿਲਾਂ ਤੇ ਹਿਰਦੇ ਨੂੰ ਜਾਚਣ ਵਾਲਾ ਪਰਮੇਸ਼ਰ ਹੈ। ਕੱਲੀ ਕੱਲੀ ਗੱਲ ਉਹਦੇ ਸਾਹਮਣੇ ਆ, ਕੋਈ ਗੱਲ ਵੀ ਉਤੋਂ ਛੁਪੀ ਹੋਈ ਨਹੀਂ। ਔਰ ਜਦੋਂ ਅਸੀਂ ਮੱਤੀ 8:5 ਪੜ੍ਹਦੇ ਆ, ਅਸੀਂ ਉੱਥੇ ਇੱਕ ਸੂਬੇਦਾਰ ਨੂੰ ਦੇਖਦੇ ਆ। ਕਿਹਨੂੰ ਦੇਖਦੇ ਆ? ਜਿਹਦਾ ਨੌਕਰ ਬਿਮਾਰ ਸੀਗਾ, ਉਹ ਪ੍ਰਭੂ ਯੀਸ਼ੂ ਤੋਂ ਗਿਆ, ਕਹਿੰਦਾ ਕਿ ਮੇਰੇ ਨੌਕਰ ਨੂੰ ਚੰਗਾ ਕਰ ਦੇ। ਪਰ ਪ੍ਰਭੂ ਯੀਸ਼ੂ ਨੇ ਕਿਹਾ, ਕਹਿੰਦਾ ਦੇਖ ਮੈਂ ਤੇਰੇ ਘਰੇ ਆਉਂਗਾ ਤੇ ਤੇਰੇ ਨੌਕਰ ਨੂੰ ਚੰਗਾ ਕਰ ਦੂੰਗਾ। ਪਰ ਸੂਬੇਦਾਰ ਨੇ ਕਿਹਾ, ਕਹਿੰਦਾ ਮੈਂ ਪਾਪੀ ਆ, ਮੈਂ ਗੁਨਾਹਗਾਰ ਆ, ਮੈਂ ਸਯੋਗ ਨਹੀਂ ਕਿ ਤੈਨੂੰ ਆਪਣੀ ਛੱਤ ਥੱਲੇ ਵੀ ਲੈ ਆਵਾਂ। ਉਹ ਅਧੀਨ ਹੋ ਗਿਆ, ਨਿਮਰ ਹੋ ਗਿਆ, ਹਲੀਮ ਹੋ ਗਿਆ। ਕਹਿੰਦਾ ਪ੍ਰਭੂ ਮੈਂ ਪਾਪੀ ਆ, ਕਹਿੰਦਾ ਮੈਂ ਸਯੋਗ ਨਹੀਂਗਾ ਕਿ ਤੂੰ ਮੇਰੀ ਛੱਤ ਥੱਲੇ ਵੀ ਆ ਸਕੇ। ਕਹਿੰਦਾ ਮੈਂ ਸੂਬੇਦਾਰ ਆ, ਕਹਿੰਦਾ ਮੈਂ ਇੱਕ ਨੂੰ ਕਹਿੰਦਾ ਹੁਕਮ ਕਰਦਾ, ਕੰਮ ਕਰ ਤੋਂ ਕਰਦਾ ਵਾ, ਉਹ ਜਾਂਦਾ ਤੇ ਆਉਂਦਾ ਵਾ। ਕਹਿੰਦਾ ਇਸੇ ਤਰ੍ਹਾਂ ਕਹਿੰਦਾ ਹੇ ਪ੍ਰਭੂ ਤੂੰ ਇੱਥੋਂ ਹੀ ਹੁਕਮ ਕਰ, ਕਹਿੰਦਾ ਤਾਂ ਕਹਿੰਦਾ ਮੇਰਾ ਨੌਕਰ ਚੰਗਾ ਹੋ ਜਾਊਗਾ। ਔਰ ਉਸੇ ਵੇਲੇ ਪ੍ਰਭੂ ਯੀਸ਼ੂ ਨੇ ਸੁਣਿਆ, ਕਹਿੰਦਾ ਇੱਡੀ ਵੱਡੀ ਨੇਚਾ ਦਾ ਪੂਰੇ ਇਸਰਾਇਲ ਵਿੱਚ ਨਹੀਂ ਦੇਖੀ ਮੈਂ। ਕਹਿੰਦਾ ਤੂੰ ਵਚਨ ਬੋਲ, ਕਹਿੰਦਾ ਇੱਥੋਂ ਹੀ ਮੇਰਾ ਨੌਕਰ ਚੰਗਾ ਹੋ ਜਾਏਗਾ। ਹਾਲੇਲੂਇਆ। ਜਦੋਂ ਅਸੀਂ ਯਿਸੂ ਮਸੀਹ ਦੇ ਮੁਖੜੇ ਵੱਲ ਦੇਖਦੇ ਆ, ਵਿਸ਼ਵਾਸ 'ਚ ਬੈਠੇ ਜਿਹੜਾ ਵਚਨ ਬੋਲਿਆ ਪਰਮੇਸ਼ਰ ਆਤਮਾ ਦੁਆਰਾ ਬੋਲਿਆ ਜਾਂਦਾ ਵਾ, ਤਾਂ ਉਸੇ ਘੜੀ ਸਾਡੇ ਜੀਵਨ 'ਚ ਪਰਮੇਸ਼ਰ ਦਾ ਮਸਾ ਆਤਮਾ ਕੰਮ ਕਰਨਾ ਸ਼ੁਰੂ ਕਰ ਦਿੰਦਾ। ਹਾਲੇਲੂਇਆ। ਪੜ੍ਹੀਏ ਮੱਤੀ 8:5। ਜਾਂ ਉਹ ਕਫਰਨਹੂਮ ਵਿੱਚ ਵੜਿਆ ਤਾਂ ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਹਦੀ ਮਿੰਨਤ ਕਰਕੇ ਕਿਹਾ, ਪ੍ਰਭੂ ਜੀ ਮੇਰਾ ਨੌਕਰ ਝੋਲੇ ਦਾ ਮਾਰਿਆ ਘਰ ਵਿੱਚ ਵੱਡਾ ਦੁਖੀ ਪਿਆ ਹੈ। ਅਤੇ ਉਸਨੇ ਉਸਨੂੰ ਆਖਿਆ, ਮੈਂ ਆਣ ਕੇ ਉਹਨੂੰ ਚੰਗਾ ਕਰ ਦਿਆਂਗਾ। ਪਰ ਸੂਬੇਦਾਰ ਨੇ ਉੱਤਰ ਦਿੱਤਾ, ਪ੍ਰਭੂ ਜੀ ਮੈਂ ਇਸ ਯੋਗ ਨਹੀਂ ਜੋ ਤੂੰ ਮੇਰੀ ਛੱਤ ਹੇਠ ਆਵੇਂ, ਪਰ ਇਹਨਾਂ ਦਾ ਵਚਨ ਹੀ ਕਰ ਦੇ ਤਾਂ ਮੇਰਾ ਨੌਕਰ ਚੰਗਾ ਹੋ ਜਾਊ। ਕਿਉਂ ਜੋ ਮੈਂ ਵੀ ਇੱਕ ਮਨੁੱਖ ਦੂਏ ਦੇ ਹੁਕਮ ਵਿੱਚ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖਤਿਆਰ ਵਿੱਚ ਰੱਖਦਾ ਹਾਂ, ਅਤੇ ਇੱਕ ਨੂੰ ਆਖਦਾ ਹਾਂ ਜਾ ਤੇ ਉਹ ਜਾਂਦਾ ਹੈ, ਅਤੇ ਦੂਏ ਨੂੰ ਆ ਤਾਂ ਉਹ ਆਉਂਦਾ ਹੈ, ਅਤੇ ਆਪਣੇ ਚਾਕਰ ਨੂੰ ਇਹ ਕਰ ਤਾਂ ਉਹ ਕਰਦਾ ਹੈ। ਯਿਸੂ ਨੇ ਇਹ ਸੁਣ ਕੇ ਅਚਰਜ ਮੰਨਿਆ ਅਤੇ ਉਹਨਾਂ ਨੂੰ ਜਿਹੜੇ ਬਗੈਰ ਆਉਂਦੇ ਸਨ ਕਿਹਾ ਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਜ਼ਰਾਈਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ। ਮੈਂ ਤੁਹਾਨੂੰ ਆਖਦਾ ਹਾਂ ਜੋ ਬਥੇਰੇ ਚੜ੍ਹਦੇ ਹੋ ਅਤੇ ਲੈਂਦੇ ਆਉਣਗੇ ਅਤੇ ਸਵਰਗ ਦੇ ਰਾਜ ਵਿੱਚ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਬੈਠਣਗੇ। ਪਰ ਰਾਜ ਦੇ ਪੁੱਤਰ ਬਾਹਰ ਦੇ ਅੰਧਕਾਰ ਵਿੱਚ ਕੱਢੇ ਜਾਣਗੇ, ਉੱਥੇ ਰੋਣਾ ਅਤੇ ਖਜੀਜੀਆਂ ਦਾ ਵੱਢਣਾ ਹੋਵੇਗਾ। ਤਾਂ ਯੀਸ਼ੂ ਨੇ ਸੂਬੇਦਾਰ ਨੂੰ ਕਿਹਾ, ਜਾ ਜਿਹੇ ਤੂੰ ਨਿਹਚਾ ਕੀਤੀ ਹੈ ਤੇਰੇ ਲਈ ਤਿਹਾ ਹੀ ਹੋਵੇ। ਅਤੇ ਉਹ ਨੌਕਰ ਉਸੇ ਘੜੀ ਚੰਗਾ ਹੋ ਗਿਆ। ਹਾਲੇਲੂਇਆ। ਉਹ ਨੌਕਰ ਉਸੇ ਘੜੀ ਚੰਗਾ ਹੋ ਗਿਆ। ਸੂਬੇਦਾਰ ਕਹਿੰਦਾ ਤੂੰ ਵਚਨ ਹੀ ਬੋਲ। ਉਹਨੇ ਆਪਣੇ ਵਚਨ ਨੂੰ ਬੋਲਿਆ, ਆਪਣੇ ਵਚਨ ਨੂੰ ਕੱਲਿਆ ਸੂਬੇਦਾਰ ਦੇ ਨੌਕਰ ਨੂੰ ਚੰਗਾ ਕਰ ਦਿੱਤਾ। ਕਿਉਂਕਿ ਇਹ ਵਚਨ, ਇਹ ਪਵਿੱਤਰ ਆਵਾਜ਼ਾਂ ਨੂੰ ਤੁਸੀਂ ਉਦੋਂ ਹੀ ਪ੍ਰਾਪਤ ਕਰ ਸਕਦੇ ਆ ਜੇ ਤੁਸੀਂ ਅੜੇ ਤਾਂ ਖੜੇ ਆ ਸੱਚਾਈ ਤੇ, ਵਫਾਦਾਰੀ ਤੇ, ਆਗਿਆਕਾਰੀ ਤੇ, ਹਜ਼ੂਰੀ ਵਿੱਚ, ਸੰਗਤੀ ਵਿੱਚ, ਪ੍ਰਭੂ ਦੇ ਕੰਮਾਂ ਲਈ ਭੁੱਖੇ ਤੇ ਪਿਆਸੇ ਆ, ਪ੍ਰਭੂ ਦੇ ਕੰਮਾਂ ਨੂੰ ਅੜੇ ਤਾਂ ਖੜੇ ਆ। ਮਰਦੇ ਕੰਮ ਤੱਕ ਇਹ ਵਾਅਦਿਆਂ ਨੂੰ ਉਹੀ ਪ੍ਰਾਪਤ ਕਰਦੇ ਆ ਜਿਹੜੇ ਅੱਜ ਆ ਗਏ ਕੱਲ ਆਏ ਨਹੀਂ, ਭੱਜ ਗਏ, ਨੱਠ ਗਏ, ਉਹ ਇਹਨਾਂ ਵਾਅਦਿਆਂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਹ ਵਾਅਦਿਆਂ ਨੂੰ, ਇਹ ਵਚਨ ਨੂੰ ਉਹੀ ਪ੍ਰਾਪਤ ਕਰਦੇ ਆ ਜੋ ਪ੍ਰਭੂ ਨਾਲ ਪਿਆਰ ਕਰਦੇ ਆ, ਉਹਦੀ ਹਜ਼ੂਰੀ ਨਾਲ ਪਿਆਰ ਕਰਦੇ ਆ, ਉਹਦੇ ਕੰਮਾਂ ਨਾਲ ਪਿਆਰ ਕਰਦੇ ਆ।
फिर वो वचन साडे जीवन च पूरा हुंदा कि जदों असीं वचन कहने आ प्रभु यीशु तेरे कोड़े खाना चंगे ते नरोए कीते गए, ये वचन उदों ही पूरा होना वा, ये वचन उदों ही काम करना जे असीं सही हां। असीं कई ने प्रभु यीशु तेरे कोड़े खाना चंगे ते नरोए कीते गए, काम साडे की आ होई आ, पाप च चलदे बुराई च चलदे, प्रभु ना कोई वफादारी नहीं। प्रभु यीशु तेरे कोड़े खाना चंगे ते नरोए कीते गए, फिर असीं दूसरे नूं दसदे आ असीं तां प्रार्थना भी कीती, 2-3 दिन हो गए असीं आ वचन बोले चंगे नहीं होए, वो चंगे किदां होना? आग्याकारी तां है ही नहीं, सच्चाई वफादारी तां है ही नहीं, ईमानदारी तां है ही नहीं, कोशिश तां कीती नहीं चलण दी। हालेलुया। सूबेदार कहंदा तू वचन घल ते चंगिया कर, क्योंकि आप वचन केड़ा पढ़िया स्टार्ट है कि अपने वचन घलदा तबाही तो बचाउंदा चंगिया कर। उस वेले की कीता उन्हें अपने वचन नूं चंग भेजिया ते नौकर चंगा हो गया। इस तरह काम करदा जिहड़े रूह सच्चाई दे नाल, जिहड़े विश्वास दे नाल, जिहड़े नेचर दे नाल उसदे वचन नूं, उस पवित्र शब्दां नूं अपने जीवन अंदर ग्रहण कर लैंदे आ, उन्हां जीवनां जो वचन काम करदे आ। ये वचन इदां ही काम करदे जदों पवित्र आत्मा दे मसे सामर्थ दे विच तुसीं अड़े दा खड़े आ, हजूरी विच अड़े दा खड़े आ, ओहदे कम्मां लई अड़े दा खड़े आ। जिन्ना चिकर तुसीं एक तो कहते असीं 100% दे 100% नहीं 110% जो दिने है ना, फिर परमेश्वर कहता कि हाँ बाकी ये मेरी योग हैगी। ये नहीं भी अपनी जान लगाते फिरदे। हालेलुया, 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 हालेलुया। की गल तुहाडे मुंह चों हालेलुया नहीं निकलदा किसे? हालेलुया, 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 हालेलुया। खुदावे यीशु मसीह की बोले सर्वशक्तिमान परमेश्वर अज अपने वचन कल मेरे जीवन अंदर हर एक पाप, हर एक बुराई, हर एक मांदगी, हर एक क्रोध, हर एक विवाद अपने वचन के अनुसार मेरे तो दूर कर, मेरे परिवार तो दूर कर, और अपने वचन कल मेरे चंगिया कर और तबाही तो बचा। आमीन, आमीन। क्योंकि जेड़े जन प्रार्थना और फास्टिंग दे विच और हजूरी विच ओहदे वचन जाड़े दा खड़े आ, उन्हां नूं प्यार करदा। हालेलुया। जे निनवा शहर दे विच जुना नबी ने हुक्म दिता सीगा, परमेश्वर दा वचन आया कहंदा जा जाके कह दे होर 40 दिनां नूं ए निनवा शहर कहंदा ढाया जावेगा, खत्म कीता जावेगा। कहंदा इन्हां दे पाप मेरे हजूरी ते उपड़ गए आ। कहंदा 40 दिनां ते निनवा शहर की कीता जावेगा? ढा दिता जाएगा। कहंदा जा वचन बोल के आते जाके खत्म कर दिता जाएगा। निनवा दे शहरां ने तप्पड़ पा ले, सवाच बह गए, तौबा कर ली अपने पापां तो। दूसरे वेले निनवा शहर या बचाया गया। परमेश्वर कहंदा हुण मैं इन्हां नूं की करांगा? खत्म नहीं करांगा। अज असीं देखदे कि अज असीं किहनूं बचाया, असीं किन्नियां क रूहां बचाईयां, असीं किन्ने क अपने नेबर गुआंढी नूं वचन दस्सिया कि तूं चर्च आ। किथे किथे जाके असीं परमेश्वर दी हजूरी च रूहां नूं बचा के खिच के लिआए। साडा तां अपना नहीं पता हुंदा असीं चर्च आउणा कि नहीं, असीं प्रार्थना करनी कि नहीं, असीं किसे नूं की बचाउणा, असीं किसे लई नमूना की बनना। साडा सानूं अपना ही पता नहीं भी असीं बचना कि नहीं, असीं डेंजर जोन दे विच हले पाप दे विच। जे असीं आप आ तां दूसरे नूं काहतों बचाउणा? असीं आप डुबे दूसरा भी डुबे करे। किन्नियां क रूहां असीं लैके आए चर्च विच, हजूरी विच किन्नियां नूं असीं कहा भी प्रभु दा वचन दस्सिया कि प्रभु कहंदा भी तुसीं तौबा करो, पापां तो बचाए जाओ, ओहदी हजूरी च लैके। क्योंकि अज सानू अपना ही नहीं पता कि असीं बचना कि नहीं, असीं भी थोड़ा शक दे विच आ। क्यों शक दे विच आ? तो कहले पाप दे विच आ। जे पाप दे विच, शक दे विच, साडे ताईयों परिवार भी हले पाप दे विच आ, साडे बच्चे भी पाप च आ। क्योंकि सच्चाई है, सच्चाई मनण नूं असीं तैयार नहीं गए, इन्हूं एक्सेप्ट कर लई तैयार नहीं गए, असीं कहण नूं तैयार नहीं कि साडे बच्चे पाप कर रहे आ, ये पाप कर रहे हैं, ये गलत कर रहे हैं, ये कहने को तैयार हैं। हालेलुया, हालेलुया। क्योंकि जो असीं नेचा विश्वास ईमान नाल प्रार्थना करदे ते वचन दी प्रतीत करदे आ, उहदी संगति नाल अड़े तां खड़े आ, उहदे कम्मां लई अड़े तां खड़े आ,
तो सर्वशक्तिमान परमेश्वर दे वचन लिखिया कहंदा हे हो नहीं सकता कि दुनिया ते कोई पाप कोई बुराई कोई मांदगी करते कहंदा फतेह पा लवे क्योंकि वचन च लिखिया प्रभु यीशु दा लहू सानू सारे पापां तो शुद्ध करदा है और फतेह बख्शदा है। हालेलुया हालेलुया। क्योंकि सर्वशक्तिमान दे प्यारे पुत्र प्रभु यीशु दा लहू सानू सारी फतेह बख्शदा है क्योंकि मौत और शैतान ते कब्र ते फतेह पाई हुई है क्योंकि दे पवित्र लहू च पापां दी माफी। हालेलुया हालेलुया। और जदों रसूलां दे करतब असीं 16 दी अध्याय च देखदे 22-23 आयत विच पौलुस ते सिलास प्रार्थना कर रहे सीगे और जदों पौलुस काल बंदगी करन गए उस जगह ते एक भैन सी जिहड़ी टेवे ला के ओहदे जरूर सीगी जिहड़ी अपनी कमाई करदी सी पैसा लियाउंदी सी। जदों उन्हां सरदारां ने देखिया उन्हां लोकां ने देखिया कि जदों पौलुस ते सिलास ने प्रार्थना करके उन्हां तंग करदे सी कि तुसीं महा परमेश्वर दे पुरख आ तुसीं जिउंदे परमेश्वर दे पुरख आ उन्हां नूं परेशान कर दित्ता। पौलुस ने दबका मारिया और रूह नूं छड्ड के चले गई और जब रूह छड्ड के चले गई तो उन्हां लोकां ने देखिया साडे कमाई दा साधन खत्म हो गया और उन्होंने कहा पौलुस साल नूं बंदी बना लिया और कोड़े मारन दा हुक्म दिता। उन्होंने पैरां च की काट ठोक दित्ती और संगड़ा और बन सट्टिया। किन्ने दुख विच होने आ किन्ने मुसीबत च होने आ। हालेलुया। किन्ने दर्द विच होने आ जेदे बैंतां मारियां कोड़े मारे होण और पैरां च काट ठोकी होवे संगड़ा ना बन्निया होवे तां करदे की पे सीगे पढ़ गए तो पढ़ के बहमा वर्षी जिते पर अधिक रात पौलुस अते सिलास प्रार्थना करदे। पौलुस अते सिलास की कर रहे सी प्रार्थना करदे कदों कर रहे दुख दे विच जेल दे विच मार खाती हुई हत्थां पर ते खून निकल दिया पिठ दुखन डई बैंतां दे कोड़े नाल करन की दे पढ़िए। पर अधिक रात नूं पौलुस अते सिलास प्रार्थना कर रहे दुखी च भी प्रार्थना करदे आ वो दुख च भी प्रार्थना करदे इन्ने मुसीबत च भी प्रार्थना कर रहे आ अते परमेश्वर दा भजन गाउंदे सन। देखो परमेश्वर दा भजन भी गा रहे आ इन्ने दुख मुसीबत दे विच की कर रहे आ वो परमेश्वर दे नाम दी महिमा करदे आ वो परमेश्वर दे नाम दा भजन गा रहे दुख दे विच मुसीबत विच। इत्थे जे दुखी होवे परेशान होवे वो कहे साडे तो प्रार्थना नहीं हुंदी साडे तो मुश्किल आ हुण दुखी बहुत है साडे तो प्रार्थना नहीं हुंदी असीं दुखी बहुत आ हाय 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 कोई प्रार्थना नहीं हुंदी साडे तो बस आह मूंह च हुंदी है हुण मैं मर जाना हुण नहीं मैं जीना बस मेरा काम समाप्त ही आ हाय हाय निकलनी आ हालेलुया हालेलुया निकलदी पर इत्थे पौलुस सिलास नूं देखदे आ देखो प्रार्थना कर रहे आ वो जिउंदे परमेश्वर दी महिमा कर रहे आ किन्ना कष्ट हो जेल दे विच कैदखाने विच जिन्हां ने बैंत और कोड़े मारे गए हत्थां पर किल ठोक दित्ते गए काट ठोक दित्ती गई। अगे बढ़िए। परमेश्वर दा भजन गाउंदे सन अते कैदी उन्हां दी सुणदे सन। कैदी भी उन्हां दी सुणन लग पे देखो हैरान हो गए कैदी भी कि किदां दे लोग आ ਇਹ ਕਿਹੜੇ ਪਰਮੇਸ਼ਰ ਦੀ ਆਰਾਧਨਾ ਕਰਦੇ ਆ ਮਰਨ ਪਹਿਲੇ ਪਏ ਆ ਇਹਨੇ ਦੁੱਖ ਵਿੱਚ ਆ ਪ੍ਰਾਰਥਨਾ ਔਰ ਕਹਿੰਦੇ ਭਜਨ ਗਾਉਂਦੇ ਆ ਪਰਮੇਸ਼ਰ ਦੀ। ਅੱਗੇ ਤਾਂ ਅਚਾਨਕ ਇੱਕ ਐਡਾ ਭੁਚਾਲ ਆਇਆ। ਤਾਂ ਅਚਾਨਕ ਕੀ ਹੋ ਗਿਆ ਉਹ ਸਰਵਸ਼ਕਤੀਮਾਨ ਪਰਮੇਸ਼ਰ ਦਾ ਵਚਨ ਆ ਗਿਆ ਉਹਨੇ ਆਪਣੇ ਵਚਨ ਨੂੰ ਘੱਲਿਆ ਔਰ ਭੁਚਾਲ ਆ ਗਿਆ जो कैदखाने ਦੀਆਂ ਨੀਹਾਂ ਹਿੱਲ ਗਈਆਂ। कैदखाने ਦੀਆਂ ਨੀਹਾਂ ਹਿੱਲ ਗਈਆਂ ਉਦੋਂ ਜਦੋਂ ਪ੍ਰਾਰਥਨਾ ਕਰ ਰਹੇ ਸੀ ਉਹ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰ ਰਹੇ ਸੀ ਅਤੇ ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ। ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਝੱਟ ਸਾਰੇ ਬੂਹੇ ਖੁੱਲ ਗਏ। ਅਤੇ ਝੱਟ ਸਾਰੇ ਬੂਹੇ ਖੁੱਲ ਗਏ। ਦੇਖੋ ਤੁਹਾਡੀ ਪਰਮੇਸ਼ਰ ਵਿੱਚ ਆਰਾਧਨਾ ਮਹਿਮਾ ਇਦਾਂ ਦੀ ਹੋਣੀ ਚਾਹੀਦੀ ਜਿਸ ਤਰ੍ਹਾਂ ਪੌਲੁਸ ਸਿਲਾਸ ਨੇ ਕੀਤੀ ਆ। ਦੇਖੋ ਜਦੋਂ ਪ੍ਰਾਰਥਨਾ ਕਰ ਰਹੇ ਸੀਗੇ ਜਦੋਂ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰ ਰਹੇ ਸੀਗੇ ਨੀਹਾਂ ਹਿੱਲ ਗਈਆਂ ਬੇੜੀਆਂ ਟੁੱਟ ਗਈਆਂ। ਯਿਸੂ ਦੇ ਸਮਰਥੀ ਜਿੰਦਾ ਨਾ ਆਵੇ ਆ ਪਰਮੇਸ਼ਰ ਦੇ ਦਾਸ ਹੋਣ ਦੇ ਅਧਿਕਾਰ ਦੇ ਨਾਲ ਤੁਹਾਡੇ ਜੀਵਨ ਵਿੱਚੋਂ ਹਰ ਇੱਕ ਪਾਪ ਦੇ ਬੰਧਨ ਟੁੱਟ ਜਾਣ ਹਰ ਇੱਕ बादगी दे चकड़े बंधन टूट जाने यीशु नाम जे वादे नु प्राप्त करना ना पूरे मसे दे नाल आत्मा दे नाल इतना नहीं
कि ਅਸੀਂ ਘਰੇ ਬਹਿ ਕੇ ਬਸ ਮਨਮਰਜ਼ੀ ਨਾ ਇਦਾਂ ਦਾ ਸਾਡੀ ਆਰਾਧਨਾ ਮਹਿਮਾ ਪਰਮੇਸ਼ਰ ਦੀ ਬੰਦਗੀ ਹੋਣੀ ਚਾਹੀਦੀ ਹੈ। और देखो जे उस जगह आराधना महिमा कितनी नीआं हिलियां बेड़ियां टुट गईयां और सूबेदार भज के आया वो अपने आप नूं मारन लगा सीगा जी हुण कैदी ने लग के पौलुस ने कहा कहंदा अपने आप नूं ना मार कहंदा सी इत्थे ही आ कहंदा सी इत्थे ही आ और जदों उन्होंने इदां कहा ते सूबेदार ने कहा कहंदा हुण असीं हे महापरमेश्वर दे पुरखो असीं की करिए वो कहंदा तौबा करो अपने पापां तो मुड़ो उसे वक्त उस सूबेदार उस परिवार ने रात में तौबा की बपतिस्मे ले ले देखो जेल च गए सीगे पर उस सर्वशक्तिमान परमेश्वर की महिमा करते रहे प्रार्थना करते रहे और सूबेदार के परिवार भी बचा लिया की होया जब असीं वचन पढ़िया अपने वचन नूं कलिया तबाही तो बचाया उन्हें चंगिया कर दिता देखो वो अपने दास दासियां द्वारा अपने विश्वासियों द्वारा वचन कल के चंगा करता जिस तरह पौलुस सिलास ने प्रार्थना की सूबेदार का घराना बचाया गया कहता हे सूबेदार तू बद तेरा घराना बचाया जाएगा उसे रात सूबेदार ने विश्वास किया अपने पापा तो तौबा की बपतिस्मा ले लिया वो बचाए गए अज असीं किन्हां नूं बचाउण दा कारण बने हालेलुया हालेलुया जे तुहाडे प्रार्थना दे विच थामिया जे तुहाडे दौड़न दे विच थामिया तुहाडी प्रार्थना दे थामिया जे तुसीं विश्वास ईमानदार सच्चाई नाल चलदे आ अज परमेश्वर दी हज़ूरी च अड़े ते खड़े आ सचमुच दा वचन तुहाडे नाल बहुत ताकत नाल काम करन वाला ओ अभिषेक और मस्सा वचन दी सामर्थ तुहाडे जीवन च अद्भुत तरीके नाल काम करन वाली है अज ए वचन दी सामर्थ तुहाडे जीवन च हर एक और बुराई दा जुला तोड़ देगी हर एक अंधकार दा जुला मार्ग दे राज जुला तोड़ देवेगी वो तुहाडे जीवन नूं बदल देवेगी वो तुहानूं आज्ञाकारी च लेके आवेगी आज दे वचन तुसीं ब्लेस हो यीशु नाम आमीन सर्वशक्तिमान परमेश्वर ब्लेस करे अदा वचन तुहाडे जीवन सोमना पथ पर लेके आवे आमीन आमीन गॉड ब्लेस यू परमेश्वर बहुत बरकत आहे।